ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੇਰਾ ਨਾਮ ਰਾਜਬੀਰ ਕੌਰ ਹੈ। ਮੈਂ ਬਾਬਾ ਨਾਮਦੇਵ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਮਾਣ ਜ਼ਿਲ੍ਹਾ ਗੁਰਦਾਸਪੁਰ ਵਿਖੇ ਬਤੌਰ ਪੰਜਾਬੀ ਅਧਿਆਪਿਕਾ ਸੇਵਾ ਨਿਭਾ ਰਹੀ ਹਾਂ। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਪੰਜਾਬੀ ਵਿਆਕਰਣ ਵਚਨ ਬਾਰੇ ਗੱਲਬਾਤ ਕਰਾਂਗੇ। ਸੋ ਸਾਡਾ ਅੱਜ ਦਾ ਵਿਸ਼ਾ ਹੈ ਵਚਨ। ਵਚਨ ਸ਼ਬਦ ਕੀ ਹੁੰਦੇ ਹਨ? ਸ਼ਬਦ ਦੇ ਜਿਹੜੇ ਰੂਪ ਤੋਂ ਕਿਸੇ ਜੀਵ, ਵਿਅਕਤੀ, ਵਸਤੂ ਜਾਂ ਸਥਾਨ ਆਦਿ ਦੀ ਗਿਣਤੀ ਇੱਕ ਜਾਂ ਇੱਕ ਤੋਂ ਵਧੇਰੇ ਹੋਣ ਬਾਰੇ ਜਾਣਕਾਰੀ ਮਿਲਦੀ ਹੈ, ਉਸ ਨੂੰ ਵਚਨ ਆਖਦੇ ਹਨ। ਇਸ ਤਰ੍ਹਾਂ ਇੱਕ ਜਾਂ ਇੱਕ ਤੋਂ ਵੱਧ ਚੀਜ਼ਾਂ, ਵਿਸ਼ੇਸ਼ਤਾਵਾਂ ਜਾਂ ਕਿਰਿਆਵਾਂ ਦੇ ਭੇਦ ਨੂੰ ਪ੍ਰਗਟ ਕਰਨ ਵਾਲਾ ਸ਼ਬਦ ਦਾ ਰੂਪ ਉਸ ਦਾ ਵਚਨ ਹੁੰਦਾ ਹੈ। ਪੰਜਾਬੀ ਵਿੱਚ ਵਚਨ ਦੋ ਪ੍ਰਕਾਰ ਦੇ ਹੁੰਦੇ ਹਨ। ਪਹਿਲਾ ਹੈ ਇੱਕ ਵਚਨ ਅਤੇ ਦੂਸਰਾ ਹੈ ਬਹੁਵਚਨ। ਇੱਕ ਵਚਨ ਕੀ ਹੈ? ਸ਼ਬਦ ਦੇ ਜਿਸ ਰੂਪ ਤੋਂ ਕਿਸੇ ਜੀਵ, ਵਿਅਕਤੀ, ਵਸਤੂ ਜਾਂ ਸਥਾਨ ਆਦਿ ਦਾ ਗਿਣਤੀ ਵਿੱਚ ਇੱਕ ਹੋਣ ਬਾਰੇ ਪਤਾ ਲੱਗਦਾ ਹੈ, ਉਸ ਸ਼ਬਦ ਨੂੰ ਇੱਕ ਵਚਨ ਆਖਦੇ ਹਨ। ਜਿਵੇਂ ਕਿਤਾਬ, ਚਾਬੀ, ਗਮਲਾ, ਘੋੜਾ, ਗੇਂਦ, ਬੱਚਾ, ਬਿੱਲੀ ਆਦਿ ਸਾਰੇ ਸ਼ਬਦ ਇੱਕ ਵਚਨ ਹਨ। ਬਹੁਵਚਨ ਕੀ ਹੈ? ਸ਼ਬਦ ਦੇ ਜਿਸ ਰੂਪ ਤੋਂ ਕਿਸੇ ਜੀਵ, ਵਿਅਕਤੀ, ਵਸਤੂ ਜਾਂ ਸਥਾਨ ਆਦਿ ਦਾ ਗਿਣਤੀ ਵਿੱਚ ਇੱਕ ਤੋਂ ਵੱਧ ਹੋਣ ਬਾਰੇ ਪਤਾ ਲੱਗਦਾ ਹੈ, ਉਸ ਸ਼ਬਦ ਨੂੰ ਬਹੁਵਚਨ ਆਖਦੇ ਹਨ। ਜਿਵੇਂ ਕਿਤਾਬਾਂ, ਚਾਬੀਆਂ, ਗਮਲੇ, ਘੋੜੇ, ਗੇਂਦਾਂ, ਬੱਚੇ, ਬਿੱਲੀਆਂ ਆਦਿ ਸ਼ਬਦ ਬਹੁਵਚਨ ਹਨ। ਇਸ ਸਲਾਈਡ ਦੀ ਸਹਾਇਤਾ ਨਾਲ ਅਸੀਂ ਇੱਕ ਵਚਨ ਅਤੇ ਬਹੁਵਚਨ ਸ਼ਬਦਾਂ ਵਿਚਾਲੇ ਅੰਤਰ ਨੂੰ ਸਮਝ ਸਕਦੇ ਹਾਂ। ਜਿਵੇਂ ਇੱਕ ਵਚਨ ਹੈ ਕਿਤਾਬ, ਬਹੁਵਚਨ ਹੈ ਕਿਤਾਬਾਂ। ਚਾਬੀ, ਚਾਬੀਆਂ। ਗਮਲਾ, ਗਮਲੇ। ਘੋੜਾ, ਘੋੜੇ। ਗੇਂਦ, ਗੇਂਦਾਂ। ਬੱਚਾ, ਬੱਚੇ। ਬਿੱਲੀ, ਬਿੱਲੀਆਂ। ਸਹੇਲੀ, ਸਹੇਲੀਆਂ। ਕਾਪੀ, ਕਾਪੀਆਂ। ਸੋਟਾ, ਸੋਟੇ। ਜਿੰਦਰਾ, ਜਿੰਦਰੇ। ਚੁੰਨੀ, ਚੁੰਨੀਆਂ। ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਸ਼ਬਦ ਜੋ ਇੱਕ ਵਚਨ ਤੋਂ ਬਹੁਵਚਨ ਅਤੇ ਬਹੁਵਚਨ ਤੋਂ ਇੱਕ ਵਚਨ ਵਿੱਚ ਬਦਲੇ ਜਾ ਸਕਦੇ ਹਨ। ਇੱਕ ਗੱਲ ਹੋਰ ਧਿਆਨ ਦੇਣ ਯੋਗ ਹੈ ਕਿ ਇੱਕ ਵਚਨ ਅਤੇ ਬਹੁਵਚਨ ਦੇ ਵੀ ਅੱਗੇ ਦੋ ਰੂਪ ਹੁੰਦੇ ਹਨ। ਇੱਕ ਵਚਨ ਦੇ ਦੋ ਰੂਪ ਹਨ, ਸਧਾਰਨ ਅਤੇ ਸੰਬੰਧਕੀ। ਬਹੁਵਚਨ ਦੇ ਵੀ ਦੋ ਰੂਪ ਹੁੰਦੇ ਹਨ, ਇੱਕ ਸਧਾਰਨ ਰੂਪ ਅਤੇ ਦੂਸਰਾ ਸੰਬੰਧਕੀ ਰੂਪ। ਇੱਕ ਵਚਨ ਦਾ ਸਧਾਰਨ ਰੂਪ ਜਿਵੇਂ ਤੇਰਾ ਮੁੰਡਾ ਕੀ ਕਰਦਾ ਹੈ। ਇਸ ਵਾਕ ਵਿੱਚ ਮੁੰਡਾ ਸ਼ਬਦ ਇੱਕ ਵਚਨ ਦਾ ਸਧਾਰਨ ਰੂਪ ਹੈ। ਇੱਕ ਵਚਨ ਦਾ ਸੰਬੰਧਕੀ ਰੂਪ ਤੇਰੇ ਮੁੰਡੇ ਨੇ ਕੀ ਕੀਤਾ। ਇਸ ਵਾਕ ਵਿੱਚ ਮੁੰਡੇ ਸ਼ਬਦ ਇੱਕ ਵਚਨ ਦਾ ਸੰਬੰਧਕੀ ਰੂਪ ਹੈ। ਕਿਵੇਂ ਸੰਬੰਧਕੀ ਰੂਪ ਹੈ? ਸੰਬੰਧਕੀ ਰੂਪ ਇਸ ਕਰਕੇ ਹੈ ਕਿਉਂਕਿ ਮੁੰਡੇ ਸ਼ਬਦ ਦੇ ਨਾਲ ਨੇ ਸੰਬੰਧਕ ਲੱਗਾ ਹੋਇਆ ਹੈ। ਇਸੇ ਤਰ੍ਹਾਂ ਬਹੁਵਚਨ ਦੇ ਵੀ ਦੋ ਰੂਪ ਹੁੰਦੇ ਹਨ, ਇੱਕ ਸਧਾਰਨ ਰੂਪ ਅਤੇ ਦੂਸਰਾ ਸੰਬੰਧਕੀ ਰੂਪ। ਬਹੁਵਚਨ ਦਾ ਸਧਾਰਨ ਰੂਪ ਜਿਵੇਂ ਤੇਰੇ ਮੁੰਡੇ ਕੀ ਕਰਦੇ ਹਨ। ਇਸ ਵਾਕ ਵਿੱਚ ਮੁੰਡੇ ਸ਼ਬਦ ਬਹੁਵਚਨ ਦਾ ਸਧਾਰਨ ਰੂਪ ਹੈ। ਬਹੁਵਚਨ ਦਾ ਸੰਬੰਧਕੀ ਰੂਪ ਤੇਰੇ ਮੁੰਡਿਆਂ ਨੇ ਕੀ ਕੀਤਾ। ਇਸ ਵਾਕ ਵਿੱਚ ਮੁੰਡਿਆਂ ਸ਼ਬਦ ਬਹੁਵਚਨ ਦਾ ਸੰਬੰਧਕੀ ਰੂਪ ਹੈ ਕਿਉਂਕਿ ਮੁੰਡਿਆਂ ਸ਼ਬਦ ਦੇ ਨਾਲ
ਨੇ ਸੰਬੰਧਕ ਲੱਗਾ ਹੋਇਆ ਹੈ। ਇਸ ਤਰ੍ਹਾਂ ਪੰਜਾਬੀ ਵਿੱਚ ਇੱਕ ਵਚਨ ਤੇ ਬਹੁਵਚਨ ਦੇ ਦੋ ਰੂਪ ਹੁੰਦੇ ਹਨ। ਦੋਹਾਂ ਦਾ ਇੱਕ ਸਧਾਰਨ ਰੂਪ ਹੁੰਦਾ ਹੈ ਅਤੇ ਦੂਜਾ ਸੰਬੰਧਕੀ। ਜਦੋਂ ਇਹਨਾਂ ਨਾਲ ਸੰਬੰਧਕ ਦਾ, ਦੇ, ਦੀ, ਨੇ, ਤੋਂ ਆਦਿ ਦੀ ਵਰਤੋਂ ਹੁੰਦੀ ਹੈ ਤਾਂ ਇਹ ਸੰਬੰਧਕੀ ਰੂਪ ਬਣ ਜਾਂਦਾ ਹੈ। ਇਸ ਸਲਾਈਡ ਦੀ ਸਹਾਇਤਾ ਨਾਲ ਆਪਾਂ ਚੰਗੀ ਤਰ੍ਹਾਂ ਸਮਝ ਸਕਦੇ ਹਾਂ। ਇੱਕ ਵਚਨ ਦਾ ਸਧਾਰਨ ਰੂਪ ਅਤੇ ਸੰਬੰਧਕੀ ਰੂਪ, ਬਹੁਵਚਨ ਦਾ ਸਧਾਰਨ ਰੂਪ ਅਤੇ ਸੰਬੰਧਕੀ ਰੂਪ। ਇੱਕ ਵਚਨ ਦਾ ਸਧਾਰਨ ਰੂਪ ਚਾਚਾ ਤੇ ਸੰਬੰਧਕੀ ਰੂਪ ਬਣ ਗਿਆ ਚਾਚੇ। ਸੋਟਾ, ਸੋਟੇ। ਚੂਹਾ, ਚੂਹੇ। ਚਰਖਾ, ਚਰਖੇ। ਕੀੜਾ, ਕੀੜੇ। ਮੁੰਡਾ, ਮੁੰਡੇ। ਬਹੁਵਚਨ ਦਾ ਸਧਾਰਨ ਰੂਪ ਚਾਚੇ ਤੇ ਸੰਬੰਧਕੀ ਰੂਪ ਬਣ ਗਿਆ ਚਾਚਿਆਂ। ਸੋਟੇ, ਸੋਟਿਆਂ। ਚੂਹੇ, ਚੂਹਿਆਂ। ਚਰਖੇ, ਚਰਖਿਆਂ। ਕੀੜੇ, ਕੀੜਿਆਂ। ਮੁੰਡੇ, ਮੁੰਡਿਆਂ। ਹੁਣ ਆਪਾਂ ਗੱਲ ਕਰਾਂਗੇ ਵਚਨ ਬਦਲੀ ਬਾਰੇ ਕਿ ਵਚਨ ਬਦਲੀ ਕਿਵੇਂ ਹੁੰਦੀ ਹੈ। ਵਚਨ ਬਦਲੀ ਕੀ ਹੈ? ਜਦੋਂ ਅਸੀਂ ਕਿਸੇ ਸ਼ਬਦ ਦੇ ਰੂਪ ਨੂੰ ਇੱਕ ਵਚਨ ਤੋਂ ਬਹੁਵਚਨ ਜਾਂ ਬਹੁਵਚਨ ਤੋਂ ਇੱਕ ਵਚਨ ਵਿੱਚ ਬਦਲਦੇ ਹਾਂ ਤਾਂ ਇਸ ਨੂੰ ਵਚਨ ਬਦਲੀ ਆਖਦੇ ਹਨ। ਜਿਵੇਂ ਕੁੜੀ ਤੋਂ ਕੁੜੀਆਂ, ਪੱਤਾ ਤੋਂ ਪੱਤੇ ਅਤੇ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਸ਼ਬਦ, ਇਹਨਾਂ ਨੂੰ ਆਪਾਂ ਵਚਨ ਬਦਲੀ ਆਖਦੇ ਹਾਂ। ਪੰਜਾਬੀ ਵਿੱਚ ਕਿਸੇ ਸ਼ਬਦ ਦੇ ਇੱਕ ਵਚਨ ਤੋਂ ਬਹੁਵਚਨ ਬਣਾਉਣ ਦੇ ਕੁਝ ਨਿਯਮ ਹਨ। ਇੱਕ ਵਚਨ ਤੋਂ ਬਹੁਵਚਨ ਬਣਾਉਣ ਦੇ ਮੁੱਖ ਰੂਪ ਦੇ ਵਿੱਚ 7 ਨਿਯਮ ਹਨ। ਤੁਸੀਂ ਸਲਾਈਡ ਤੇ ਦੇਖ ਰਹੇ ਹੋ। ਪਹਿਲਾ ਹੈ, ਜੇਕਰ ਇੱਕ ਵਚਨ ਪੁਲਿੰਗ ਸ਼ਬਦ ਦੇ ਅੰਤ ਵਿੱਚ ਕੰਨਾ ਹੋਵੇ ਤਾਂ ਉਸ ਦੀ ਵਚਨ ਬਦਲੀ ਕਿਵੇਂ ਹੁੰਦੀ ਹੈ? ਕੰਨੇ ਦੀ ਥਾਂ ਲਾਂ ਲਗਾ ਕੇ। ਦੂਸਰਾ ਨਿਯਮ ਹੈ, ਜੇਕਰ ਇੱਕ ਵਚਨ ਇਸਤਰੀ ਲਿੰਗ ਸ਼ਬਦ ਦੇ ਅੰਤ ਵਿੱਚ ਬਿਹਾਰੀ ਹੋਵੇ ਤਾਂ ਉਸ ਦੀ ਵਚਨ ਬਦਲੀ ਅੰਤ ਵਿੱਚ ਆ ਲਗਾ ਕੇ ਹੁੰਦੀ ਹੈ। ਐੜੇ ਕੰਨਾ ਉੱਤੇ ਬਿੰਦੀ। ਤੀਸਰਾ ਨਿਯਮ ਹੈ, ਜੇਕਰ ਇੱਕ ਵਚਨ ਇਸਤਰੀ ਲਿੰਗ ਸ਼ਬਦ ਦੇ ਅੰਤ ਵਿੱਚ ਮੁਕਤਾ ਹੋਵੇ ਤਾਂ ਉਸ ਦੀ ਵਚਨ ਬਦਲੀ ਕਿਵੇਂ ਕਰ ਸਕਦੇ ਹਾਂ? ਕੰਨੇ ਉੱਤੇ ਬਿੰਦੀ ਲਗਾ ਕੇ। ਚੌਥਾ ਨਿਯਮ ਹੈ, ਜੇਕਰ ਇੱਕ ਵਚਨ ਇਸਤਰੀ ਲਿੰਗ ਸ਼ਬਦ ਦੇ ਅੰਤ ਵਿੱਚ ਕੰਨਾ ਹੋਵੇ ਤਾਂ ਅਸੀਂ ਉਸ ਦੀ ਵਚਨ ਬਦਲੀ ਕਿਵੇਂ ਕਰ ਸਕਦੇ ਹਾਂ? ਵਉਵੇ ਕੰਨਾ ਉੱਤੇ ਬਿੰਦੀ, ਵਾਂ ਲਗਾ ਕੇ ਅਸੀਂ ਉਸ ਦੀ ਵਚਨ ਬਦਲੀ ਕਰ ਸਕਦੇ ਹਾਂ। ਪੰਜਵਾਂ ਨਿਯਮ ਹੈ, ਜੇਕਰ ਇੱਕ ਵਚਨ ਇਸਤਰੀ ਲਿੰਗ ਸ਼ਬਦ ਦੇ ਅੰਤ ਵਿੱਚ ਕੰਨੇ ਉੱਤੇ ਬਿੰਦੀ ਹੋਵੇ ਤਾਂ ਅਸੀਂ ਉਸ ਦੀ ਵਚਨ ਬਦਲੀ ਵਉਵੇ ਕੰਨਾ ਉੱਤੇ ਬਿੰਦੀ, ਵਾਂ ਲਗਾ ਕੇ ਕਰ ਸਕਦੇ ਹਾਂ। ਚੌਥਾ ਅਤੇ ਪੰਜਵਾਂ ਨਿਯਮ ਲਗਭਗ ਇੱਕੋ ਜਿਹੇ ਹਨ ਕਿਉਂਕਿ ਦੋਵਾਂ ਦੇ ਵਿੱਚ ਇੱਕ ਵਚਨ ਤੋਂ ਬਹੁਵਚਨ ਵਉਵੇ ਕੰਨਾ ਉੱਤੇ ਬਿੰਦੀ, ਵਾਂ ਲਗਾ ਕੇ ਬਣਦਾ ਹੈ। ਫਰਕ ਸਿਰਫ ਇੰਨਾ ਹੈ ਕਿ ਚੌਥੇ ਨਿਯਮ ਦੇ ਇੱਕ ਵਚਨ ਵਿੱਚ ਕੰਨੇ ਨੂੰ ਬਿੰਦੀ ਨਹੀਂ ਲੱਗਦੀ, ਪਰ ਪੰਜਵੇਂ ਨਿਯਮ ਦੇ ਇੱਕ ਵਚਨ ਵਿੱਚ ਕੰਨੇ ਉੱਤੇ ਬਿੰਦੀ ਲੱਗੀ ਹੈ। ਛੇਵਾਂ ਨਿਯਮ ਹੈ, ਜੇਕਰ ਇੱਕ ਵਚਨ ਇਸਤਰੀ ਲਿੰਗ ਸ਼ਬਦ ਦੇ ਅੰਤ ਵਿੱਚ ਦੁਲਾਵਾਂ, ਔਂਕੜ, ਦੁਲੈਂਕੜ ਜਾਂ ਹੋੜਾ ਹੋਵੇ ਤਾਂ ਅਸੀਂ ਉਸ ਦੀ ਵਚਨ ਬਦਲੀ ਕਿਵੇਂ ਕਰ ਸਕਦੇ ਹਾਂ? ਅੰਤ ਵਿੱਚ ਐੜੇ ਕੰਨਾ ਉੱਤੇ ਬਿੰਦੀ ਆ ਲਗਾ ਕੇ ਅਸੀਂ ਉਸ ਦੀ ਵਚਨ ਬਦਲੀ ਕਰ ਸਕਦੇ ਹਾਂ। ਸੱਤਵਾਂ ਨਿਯਮ ਹੈ, ਜੇਕਰ ਪੁਲਿੰਗ ਦੇ ਇੱਕ ਵਚਨ ਸ਼ਬਦ ਦੇ ਅੰਤ ਵਿੱਚ ਕੰਨੇ ਨੂੰ ਛੱਡ ਕੇ ਕੋਈ ਹੋਰ ਮਾਤਰਾ ਹੋਵੇ ਤਾਂ ਫਿਰ ਅਸੀਂ ਉਸ ਦੀ ਵਚਨ ਬਦਲੀ ਕਿਵੇਂ ਕਰਨੀ ਹੈ? ਉਸ ਸ਼ਬਦ ਦਾ ਇੱਕ ਵਚਨ
ਅਤੇ ਬਹੁਵਚਨ ਰੂਪ ਇੱਕ ਹੀ ਹੁੰਦਾ ਹੈ, ਉਹ ਬਦਲਦਾ ਨਹੀਂ। ਹੁਣ ਅਸੀਂ ਸਾਰੇ ਨਿਯਮਾਂ ਬਾਰੇ ਉਦਾਹਰਨ ਸਾਹਿਤ ਗੱਲਬਾਤ ਕਰਾਂਗੇ। ਪਹਿਲਾ ਨਿਯਮ ਹੈ, ਜਿਸ ਇੱਕ ਵਚਨ ਪੁਲਿੰਗ ਸ਼ਬਦ ਦੇ ਅੰਤ ਵਿੱਚ ਕੰਨਾ ਆ ਲੱਗਾ ਹੋਵੇ ਉਸ ਦਾ ਬਹੁਵਚਨ ਅੰਤ ਵਾਲੇ ਕੰਨੇ ਦੀ ਥਾਂ ਲਾਂ ਲਗਾ ਕੇ ਕੀਤਾ ਜਾਂਦਾ ਹੈ। ਕਿਵੇਂ ਕੀਤਾ ਜਾਂਦਾ ਹੈ? ਜਿਵੇਂ ਸ਼ਬਦ ਹਨ ਸਾਡੇ ਕੋਲ, ਮੁੰਡਾ ਇੱਕ ਵਚਨ, ਬਹੁਵਚਨ ਮੁੰਡੇ, ਘੋੜਾ ਘੋੜੇ, ਪੱਤਾ ਪੱਤੇ, ਚਾਚਾ ਚਾਚੇ, ਬੱਚਾ ਬੱਚੇ, ਚਮਚਾ ਚਮਚੇ, ਸੰਤਰਾ ਸੰਤਰੇ, ਤੋਤਾ ਤੋਤੇ, ਕੀੜਾ ਕੀੜੇ, ਮੰਜਾ ਮੰਜੇ, ਸੋਟਾ ਸੋਟੇ, ਗਮਲਾ ਗਮਲੇ, ਜਿੰਦਰਾ ਜਿੰਦਰੇ, ਪਤੀਲਾ ਪਤੀਲੇ, ਬਾਬਾ ਬਾਬੇ, ਬੋਤਾ ਬੋਤੇ, ਰੱਸਾ ਰੱਸੇ, ਚੂਹਾ ਚੂਹੇ। ਸਾਰੇ ਸ਼ਬਦਾਂ ਨੂੰ ਕੰਨੇ ਦੀ ਥਾਂ ਲਾਂ ਲਗਾ ਕੇ ਇੱਕ ਵਚਨ ਤੋਂ ਬਹੁਵਚਨ ਦੇ ਵਿੱਚ ਬਦਲਿਆ ਗਿਆ ਹੈ। ਦੂਸਰਾ ਨਿਯਮ ਹੈ ਕਿ ਜਿਸ ਇੱਕ ਵਚਨ ਇਸਤਰੀ ਲਿੰਗ ਸ਼ਬਦ ਦੇ ਅੰਤ ਵਿੱਚ ਬਿਹਾਰੀ ਈ ਲੱਗੀ ਹੋਵੇ ਉਸ ਸ਼ਬਦਾਂ ਦਾ ਬਹੁਵਚਨ ਰੂਪ ਅੰਤ ਦੇ ਵਿੱਚ ਐੜੇ ਕੰਨਾਂ ਉੱਤੇ ਬਿੰਦੀ ਆ ਲਗਾ ਕੇ ਬਣਦਾ ਹੈ। ਜਿਵੇਂ ਇੱਕ ਵਚਨ ਹੈ ਕੁੜੀ, ਬਹੁਵਚਨ ਕੁੜੀਆਂ, ਐੜੇ ਕੰਨਾਂ ਉੱਤੇ ਬਿੰਦੀ, ਚਾਚੀ ਚਾਚੀਆਂ, ਮੋਰਨੀ ਮੋਰਨੀਆਂ, ਮਾਮੀ ਮਾਮੀਆਂ, ਸਹੇਲੀ ਸਹੇਲੀਆਂ, ਵਹੁਟੀ ਵਹੁਟੀਆਂ, ਭਾਬੀ ਭਾਬੀਆਂ, ਹਿਰਨੀ ਹਿਰਨੀਆਂ, ਬੱਕਰੀ ਬੱਕਰੀਆਂ, ਇਸਤਰੀ ਇਸਤਰੀਆਂ, ਧੀ ਧੀਆਂ, ਚਿੜੀ ਚਿੜੀਆਂ। ਅੰਤ ਵਿੱਚ ਬਿਹਾਰੀ ਲੱਗੇ ਇੱਕ ਵਚਨ ਸ਼ਬਦ ਨੂੰ ਐੜੇ ਕੰਨਾਂ ਉੱਤੇ ਬਿੰਦੀ ਆ ਲਗਾ ਕੇ ਬਹੁਵਚਨ ਦੇ ਵਿੱਚ ਬਦਲਿਆ ਗਿਆ। ਵਚਨ ਬਦਲੀ ਦਾ ਤੀਸਰਾ ਨਿਯਮ ਇਹ ਹੈ ਕਿ ਜਿਸ ਇੱਕ ਵਚਨ ਇਸਤਰੀ ਲਿੰਗ ਸ਼ਬਦ ਦੇ ਅੰਤ ਵਿੱਚ ਮੁਕਤਾ ਅੱਖਰ ਹੋਵੇ ਉਸ ਦਾ ਬਹੁਵਚਨ ਰੂਪ ਕੰਨੇ ਉੱਤੇ ਲਗਾਖਰ ਬਿੰਦੀ ਲਗਾ ਕੇ ਬਣਾਇਆ ਜਾਂਦਾ ਹੈ। ਆਪਾਂ ਦੇਖਦੇ ਹਾਂ ਕਿਵੇਂ। ਇੱਕ ਵਚਨ ਹੈ ਕਿਤਾਬ ਤੇ ਇਸ ਦਾ ਬਹੁਵਚਨ ਬਣਿਆ ਕੰਨੇ ਉੱਤੇ ਬਿੰਦੀ ਲਗਾ ਕੇ ਕਿਤਾਬਾਂ। ਬਨੈਣ ਬਨੈਣਾ, ਬਾਂਹ ਬਾਹਾਂ, ਲੱਤ ਲੱਤਾਂ, ਮੁਟਿਆਰ ਮੁਟਿਆਰਾਂ, ਤਸਵੀਰ ਤਸਵੀਰਾਂ, ਪਲੇਟ ਪਲੇਟਾਂ, ਗੇਂਦ ਗੇਂਦਾਂ, ਪਰਾਤ ਪਰਾਤਾਂ, ਪੰਜਾਬਣ ਪੰਜਾਬਣਾ, ਕਲਮ ਕਲਮਾਂ, ਵੇਲ ਵੇਲਾਂ, ਕੰਧ ਕੰਧਾਂ, ਦਵਾਤ ਦਵਾਤਾਂ, ਇੱਟ ਇੱਟਾਂ, ਪੁਸਤਕ ਪੁਸਤਕਾਂ, ਜੁਰਾਬ ਜੁਰਾਬਾਂ, ਭੈਣ ਭੈਣਾਂ, ਅੱਖ ਅੱਖਾਂ, ਮੱਝ ਮੱਝਾਂ। ਇਸ ਤਰ੍ਹਾਂ ਮੁਕਤੇ ਨੂੰ ਕੰਨਾ ਬਿੰਦੀ ਲਾ ਕੇ ਵਚਨ ਬਦਲੀ ਕੀਤੀ ਗਈ ਹੈ। ਵਚਨ ਬਦਲੀ ਦਾ ਚੌਥਾ ਨਿਯਮ ਹੈ ਕਿ ਜਿਸ ਇੱਕ ਵਚਨ ਇਸਤਰੀ ਲਿੰਗ ਸ਼ਬਦ ਦੇ ਅੰਤ ਵਿੱਚ ਕੰਨਾ ਹੋਵੇ ਉਸ ਦਾ ਬਹੁਵਚਨ ਰੂਪ ਬਹੁਵੇ ਕੰਨਾਂ ਉੱਤੇ ਬਿੰਦੀ ਵਾਂ ਲਾ ਕੇ ਬਣਾਇਆ ਜਾਂਦਾ ਹੈ। ਜਿਵੇਂ ਇੱਕ ਵਚਨ ਹੈ ਸਭਾ, ਸਭਾ ਨੂੰ ਬਹੁਵੇ ਕੰਨਾਂ ਉੱਤੇ ਬਿੰਦੀ ਲਾ ਕੇ ਬਹੁਵਚਨ ਬਣਿਆ ਸਭਾਵਾਂ। ਹਵਾ ਹਵਾਵਾਂ, ਕਵਿਤਾ ਕਵਿਤਾਵਾਂ, ਦੁਰਘਟਨਾ ਦੁਰਘਟਨਾਵਾਂ, ਕਥਾ ਕਥਾਵਾਂ। ਇਸ ਤਰ੍ਹਾਂ ਬਹੁਵੇ ਕੰਨਾਂ ਉੱਤੇ ਬਿੰਦੀ ਲਗਾ ਕੇ ਇੱਕ ਵਚਨ ਸ਼ਬਦਾਂ ਨੂੰ ਬਹੁਵਚਨ ਦੇ ਵਿੱਚ ਤਬਦੀਲ ਕੀਤਾ ਗਿਆ।
ਵਚਨ ਬਦਲੀ ਦਾ ਪੰਜਵਾਂ ਨਿਯਮ ਹੈ ਕਿ ਜਿਸ ਇੱਕ ਵਚਨ ਇਸਤਰੀ ਲਿੰਗ ਸ਼ਬਦ ਦੇ ਅੰਤ ਵਿੱਚ ਕੰਨੇ ਉੱਤੇ ਬਿੰਦੀ ਲੱਗੀ ਹੋਵੇ ਉਸ ਦਾ ਬਹੁਵਚਨ ਵਉਵੇ ਕੰਨਾਂ ਉੱਤੇ ਬਿੰਦੀ ਵਾਂ ਲਗਾ ਕੇ ਬਣਾਇਆ ਜਾਂਦਾ ਹੈ। ਜਿਵੇਂ ਇੱਕ ਵਚਨ ਹੈ ਸ਼ਾਮ, ਬਹੁਵਚਨ ਸ਼ਾਮਾਂ, ਥਾਂ ਥਾਵਾਂ, ਮਾਂ ਮਾਵਾਂ, ਲਾਂ ਲਾਵਾਂ, ਗਾਂ ਗਾਵਾਂ। ਇਸ ਤਰ੍ਹਾਂ ਸ਼ਬਦ ਦੇ ਅਖੀਰ ਵਿੱਚ ਵਉਵੇ ਕੰਨਾਂ ਉੱਤੇ ਬਿੰਦੀ ਲਗਾ ਕੇ ਵਚਨ ਬਦਲੀ ਕੀਤੀ ਗਈ। ਛੇਵਾਂ ਨਿਯਮ ਹੈ ਕਿ ਜਿਸ ਇੱਕ ਵਚਨ ਇਸਤਰੀ ਲਿੰਗ ਸ਼ਬਦ ਦੇ ਅੰਤ ਵਿੱਚ ਦੁਲਾਵਾਂ ਐ, ਔਂਕੜ ਊ, ਦੁਲੈਂਕੜ ਊ ਜਾਂ ਹੋੜਾ ਓ ਲੱਗਾ ਹੋਵੇ ਉਸ ਦਾ ਬਹੁਵਚਨ ਅੰਤ ਵਿੱਚ ਐੜੇ ਕੰਨਾਂ ਉੱਤੇ ਬਿੰਦੀ ਆ ਲਗਾ ਕੇ ਬਣਾਇਆ ਜਾਂਦਾ ਹੈ। ਜਿਵੇਂ ਇੱਕ ਵਚਨ ਹੈ ਸਹੁੰ ਸਹੂਆਂ, ਕਨਸੋ ਕਨਸੋਆਂ, ਜੂੰ ਜੂਆਂ, ਚੋ ਚੋਆਂ, ਲੱਡੂ ਲੱਡੂਆਂ, ਸਾਧੂ ਸਾਧੂਆਂ, ਖੁਸ਼ਬੋ ਖੁਸ਼ਬੂਆਂ, ਵਸਤੂ ਵਸਤੂਆਂ, ਕੱਦੂ ਕੱਦੂਆਂ, ਨਹੁੰ ਨਹੁੰਆਂ। ਤੁਸੀਂ ਦੇਖ ਰਹੇ ਹੋ ਕਿ ਇੱਕ ਵਚਨ ਵਾਲੇ ਸਾਰੇ ਸ਼ਬਦਾਂ ਦੇ ਅਖੀਰ ਵਿੱਚ ਦੁਲਾਵਾਂ, ਔਂਕੜ, ਦੁਲੈਂਕੜ ਅਤੇ ਹੋੜਾ ਮਾਤਰਾ ਹੀ ਲੱਗੀ ਹੈ। ਅਸੀਂ ਸਾਰੇ ਸ਼ਬਦਾਂ ਨੂੰ ਐੜੇ ਕੰਨਾਂ ਉੱਤੇ ਬਿੰਦੀ ਲਗਾ ਕੇ ਬਹੁਵਚਨ ਬਣਾ ਦਿੱਤਾ ਹੈ। ਸੱਤਵਾਂ ਨਿਯਮ ਹੈ ਜਿਸ ਪੁਲਿੰਗ ਦੇ ਇੱਕ ਵਚਨ ਸ਼ਬਦ ਦੇ ਅੰਤ ਵਿੱਚ ਕੰਨਾ ਨਹੀਂ ਹੁੰਦਾ, ਭਾਵ ਕੰਨੇ ਨੂੰ ਛੱਡ ਕੇ ਮੁਕਤਾ ਜਾਂ ਹੋਰ ਕੋਈ ਮਾਤਰਾ ਹੁੰਦੀ ਹੈ, ਉਸ ਸ਼ਬਦ ਦਾ ਇੱਕ ਵਚਨ ਅਤੇ ਬਹੁਵਚਨ ਰੂਪ ਇੱਕ ਹੀ ਹੁੰਦਾ ਹੈ। ਜਿਵੇਂ ਬਹੁਤ ਸਾਰੇ ਸ਼ਬਦ ਹਨ ਸਿਰ, ਦੁੱਧ, ਹੱਥ, ਢੋਲੀ, ਧੋਬੀ, ਫੁੱਲ, ਮੇਜ਼, ਡੱਡੂ, ਮੋਰ ਆਦਿ ਸ਼ਬਦ ਹਨ। ਪਰ ਜੇਕਰ ਇਹਨਾਂ ਸ਼ਬਦਾਂ ਦੇ ਪਿੱਛੇ ਕੋਈ ਸੰਬੰਧਕ ਆਉਂਦਾ ਹੈ, ਭਾਵ ਸੰਬੰਧਕੀ ਰੂਪ ਹੋਵੇ, ਤਾਂ ਫਿਰ ਇਹਨਾਂ ਦੇ ਰੂਪ ਬਦਲਦੇ ਹਨ। ਦੇਖਦੇ ਹਾਂ ਕਿਵੇਂ। ਜਿਵੇਂ ਸ਼ਬਦ ਹੈ ਫੁੱਲ। ਪਹਿਲਾ ਵਾਕ ਹੈ ਬਾਗ ਵਿੱਚ ਇੱਕ ਸੋਹਣਾ ਫੁੱਲ ਖਿੜਿਆ ਹੋਇਆ ਸੀ। ਇਸ ਵਾਕ ਵਿੱਚ ਫੁੱਲ ਸ਼ਬਦ ਇੱਕ ਵਚਨ ਹੈ। ਦੂਸਰਾ ਵਾਕ ਹੈ ਬਾਗ ਵਿੱਚ ਬਹੁਤ ਸਾਰੇ ਸੋਹਣੇ ਫੁੱਲ ਖਿੜੇ ਹੋਏ ਸਨ। ਇਸ ਵਾਕ ਵਿੱਚ ਫੁੱਲ ਸ਼ਬਦ ਬਹੁਵਚਨ ਹੈ। ਇੱਕ ਵਚਨ ਤੇ ਬਹੁਵਚਨ ਵਿੱਚ ਫੁੱਲ ਫੁੱਲ ਹੀ ਰਿਹਾ ਹੈ, ਬਦਲਿਆ ਨਹੀਂ। ਪਰ ਜੇਕਰ ਫੁੱਲ ਸ਼ਬਦ ਨਾਲ ਸੰਬੰਧਕ ਲੱਗਾ ਹੋਵੇ ਤਾਂ ਫੁੱਲ ਸ਼ਬਦ ਫੁੱਲ ਨਹੀਂ ਰਹਿੰਦਾ, ਬਦਲ ਜਾਂਦਾ ਹੈ। ਕਿਵੇਂ? ਫੁੱਲ ਦਾ ਤੀਸਰਾ ਵਾਕ ਦੇਖੋ, ਸੰਬੰਧਕੀ ਰੂਪ। ਬਾਗ ਵਿੱਚ ਬਹੁਤ ਸਾਰੇ ਸੋਹਣੇ ਫੁੱਲਾਂ ਉੱਤੇ ਭੋਰੇ ਬੈਠੇ ਸਨ। ਇਸ ਵਾਕ ਵਿੱਚ ਫੁੱਲਾਂ ਸ਼ਬਦ ਤੋਂ ਬਾਅਦ ਉੱਤੇ ਸ਼ਬਦ ਸੰਬੰਧਕ ਲੱਗਾ ਹੈ, ਇਸ ਕਰਕੇ ਫੁੱਲ ਤੋਂ ਫੁੱਲਾਂ ਬਣ ਗਿਆ। ਇੱਕ ਹੋਰ ਉਦਾਹਰਨ ਦੇਖਦੇ ਹਾਂ। ਸ਼ਬਦ ਹੈ ਮੇਜ਼। ਮੇਜ਼ ਸ਼ਬਦ ਦਾ ਇੱਕ ਵਚਨ ਹੈ। ਸਾਡੇ ਘਰ ਵਿੱਚ ਇੱਕ ਮੇਜ਼ ਹੈ। ਇਸ ਵਾਕ ਵਿੱਚ ਮੇਜ਼ ਸ਼ਬਦ ਇੱਕ ਵਚਨ ਹੈ। ਮੇਜ਼ ਸ਼ਬਦ ਦਾ ਬਹੁਵਚਨ ਹੈ। ਸਾਡੇ ਘਰ ਵਿੱਚ ਬਹੁਤ ਸਾਰੇ ਮੇਜ਼ ਹਨ। ਇਸ ਵਾਕ ਵਿੱਚ ਮੇਜ਼ ਸ਼ਬਦ ਬਹੁਵਚਨ ਹੈ। ਇੱਕ ਵਚਨ ਤੇ ਬਹੁਵਚਨ ਵਿੱਚ ਮੇਜ਼ ਸ਼ਬਦ ਮੇਜ਼ ਹੀ ਰਿਹਾ, ਬਦਲਿਆ ਨਹੀਂ। ਪਰ ਜਦੋਂ ਅਸੀਂ ਮੇਜ਼ ਸ਼ਬਦ ਨਾਲ ਸੰਬੰਧਕ ਦੀ ਵਰਤੋਂ ਕਰਦੇ ਹਾਂ ਤਾਂ ਇਹ ਬਦਲ ਜਾਂਦਾ ਹੈ। ਕਿਵੇਂ ਬਦਲਦਾ ਹੈ? ਮੇਜ਼ ਦਾ ਤੀਸਰਾ ਵਾਕ ਸੰਬੰਧਕੀ ਰੂਪ ਵਿੱਚ ਸਾਡੇ ਘਰ ਵਿੱਚ ਬਹੁਤ ਸਾਰੇ ਮੇਜ਼ਾਂ ਉੱਤੇ ਕਿਤਾਬਾਂ ਪਈਆਂ ਹਨ। ਇਸ ਵਾਕ ਵਿੱਚ ਉੱਤੇ ਸ਼ਬਦ ਸੰਬੰਧਕ ਹੈ। ਮੇਜ਼ ਸ਼ਬਦ ਨਾਲ ਸੰਬੰਧਕ ਲੱਗਣ ਨਾਲ ਮੇਜ਼ਾਂ ਬਣ ਗਿਆ।
इस तरह संबंधक लगन नाल एक वचन या बहुवचन शब्द बदलता है। ये सी वचन बदली दे 7 नियम जिन्हां बारे आपां गलबात कीती है। इस तो इलावा कई बार किसी शब्द का एक वचन ते बहुवचन रूप इक्को ही हुंदा है। यह पछाणन लई कि यह शब्द एक वचन है या बहुवचन उसकी वाक विच वरतों वेखनी पैंदी है। जिवें शब्द है फुल, एक वचन है पौधे नूं फुल लगा है। इस वाक विच फुल एक वचन है। फुल दा बहुवचन है पौधे नूं फुल लगे हन। इस वाक विच फुल बहुवचन है। दूसरा शब्द है हाथी। हाथी दरिया विच नहा रहा है। इस वाक विच हाथी शब्द एक वचन है। हाथी दरिया विच नहा रहे हन। इस वाक विच हाथी शब्द बहुवचन है। तीसरा शब्द है बांदर। बांदर रुख उत्ते टप रहा है। इस वाक विच बांदर शब्द एक वचन है। बांदर रुख उत्ते टप रहे हन। इस वाक विच बांदर शब्द बहुवचन है। इस तरह पूरे वाक तो एक वचन या बहुवचन का पता लगता है। इस तो इलावा पंजाबी विच आदर सूचक शब्द बहुवचन रूप विच ही एक वचन लई वरते जाते हैं। जिवें तूं लई तुसीं, तुहानू या तुहाडे शब्द आदि। जिहड़े शब्द नाल आदर वजों जी शब्द लगता है उसनूं बहुवचन मान के उस अनुसार ही वाक विच विशेषण क्रिया आदि शब्द वरते जाते हैं। जिवें पहला वाक है पिता जी अखबार पढ़ते हैं। दूसरा वाक है मास्टर जी पढ़ा रहे हैं। पहले वाक विच पिता जी एक वचन है पर पढ़ते हैं बहुवचन है। दूसरे वाक विच मास्टर जी एक वचन है पर पढ़ा रहे हैं बहुवचन है, क्योंकि दोवें वाकां विच आदर वजों जी शब्द लगा होया है। वचन का नाम विशेषण अते क्रिया उत्ते प्रभाव पैंदा है। वचन दे बदलन नाल वाक विचले नाम विशेषण अते क्रिया शब्दां दा रूप बदलदा है। सब तो पहला आपां देखांगे कि वचन का नाम उत्ते प्रभाव किवें पैंदा है। वाक है बच्चा रोंदा है, एक वचन है। बच्चे रोंदे हन बहुवचन है। बच्चा नाम शब्द है जो एक वचन तो बहुवचन बन गया बच्चे। बच्चा तो बच्चे। वचन का विशेषण उत्ते भी प्रभाव पैंदा है। किवें? जिवें एक वचन है सोहनी कुड़ी नचदी है। बहुवचन है सोहणियां कुड़ियां नचदियां हन। इस वाक विच सोहनी शब्द विशेषण है जो बहुवचन विच सोहणियां शब्द बन गया। वचन का क्रिया उत्ते भी प्रभाव पैंदा है। जिवें एक वचन है चिट्टा कबूतर उड़दा है। इस वाक विच क्रिया है उड़दा है। बहुवचन चिट्टे कबूतर उड़दे हन। उड़दा है तो क्रिया बदल के उड़दे हन हो गई। इस तरह वचन दे बदलन नाल वाक विचले नाम विशेषण अते क्रिया शब्दां दा रूप बदलदा है। हुण असीं अभ्यास के तौर ते कुछ वाकां दी वचन बदली करांगे। एक वचन है उन्हां नूं असीं बहुवचन दे विच बदलांगे। चिट्टा घोड़ा दौड़दा है। चिट्टे घोड़े दौड़दे हन। सोहना घर दूरों दिसदा है। सोहणे घर दूरों दिसदे हन। सेब मिठा अते स्वादी है।
ਸੇਬ ਮਿੱਠੇ ਅਤੇ ਸੁਆਦੀ ਹਨ। ਕੁੜੀ ਨੱਚ ਰਹੀ ਹੈ, ਕੁੜੀਆਂ ਨੱਚ ਰਹੀਆਂ ਹਨ। ਚਿੜੀ ਚੀਂ ਚੀਂ ਕਰਦੀ ਹੈ, ਚਿੜੀਆਂ ਚੀਂ ਚੀਂ ਕਰਦੀਆਂ ਹਨ। ਪੰਛੀ ਉੱਡ ਰਿਹਾ ਹੈ, ਪੰਛੀ ਉੱਡ ਰਹੇ ਹਨ। ਫੁੱਲ ਉੱਤੇ ਭੋਰਾ ਬੈਠਾ ਹੈ, ਫੁੱਲਾਂ ਉੱਤੇ ਭੋਰੇ ਬੈਠੇ ਹਨ। ਜਿਉਂਦੀ ਮੱਛੀ ਵਹਿਣ ਦੇ ਵਿਰੁੱਧ ਚੱਲਦੀ ਹੈ, ਜਿਉਂਦੀਆਂ ਮੱਛੀਆਂ ਵਹਿਣ ਦੇ ਵਿਰੁੱਧ ਚੱਲਦੀਆਂ ਹਨ। ਕਲਮ ਨਾਲ ਲਿਖੋ, ਕਲਮਾਂ ਨਾਲ ਲਿਖੋ। ਠੰਡੀ ਹਵਾ ਚੱਲ ਰਹੀ ਹੈ, ਠੰਡੀਆਂ ਹਵਾਵਾਂ ਚੱਲ ਰਹੀਆਂ ਹਨ। ਇਸ ਤਰ੍ਹਾਂ ਅਸੀਂ ਇੱਕ ਵਚਨ ਤੋਂ ਬਹੁਵਚਨ ਅਤੇ ਬਹੁਵਚਨ ਤੋਂ ਇੱਕ ਵਚਨ ਬਣਾ ਕੇ ਵਚਨ ਬਦਲੀ ਕਰ ਸਕਦੇ ਹਾਂ। ਹੁਣ ਅਸੀਂ ਲਿੰਗ ਬਦਲੀ ਅਤੇ ਵਚਨ ਬਦਲੀ ਇਕੱਠਾ ਅਭਿਆਸ ਦੇ ਤੌਰ 'ਤੇ ਕਰਾਂਗੇ, ਤਾਂ ਜੋ ਸਾਨੂੰ ਲਿੰਗ ਅਤੇ ਵਚਨ ਵਿਚਕਾਰ ਅੰਤਰ ਚੰਗੀ ਤਰ੍ਹਾਂ ਸਮਝ ਲੱਗ ਸਕੇ। ਅਸੀਂ ਦਿੱਤੇ ਹੋਏ ਵਾਕ ਦਾ ਲਿੰਗ ਵੀ ਬਦਲਾਂਗੇ ਅਤੇ ਵਚਨ ਵੀ। ਵਾਕ ਹੈ, ਉਸੇ ਵਾਕ ਦੀ ਲਿੰਗ ਬਦਲੀ ਹੈ ਅਤੇ ਉਸੇ ਵਾਕ ਦੀ ਵਚਨ ਬਦਲੀ ਹੈ। ਵਾਕ ਹੈ, ਲਾਲ ਮੁਰਗਾ ਬਹੁਤ ਸੋਹਣਾ ਹੈ। ਲਿੰਗ ਬਦਲੀ, ਲਾਲ ਮੁਰਗੀ ਬਹੁਤ ਸੋਹਣੀ ਹੈ। ਵਚਨ ਬਦਲੀ, ਲਾਲ ਮੁਰਗੇ ਬਹੁਤ ਸੋਹਣੇ ਹਨ। ਅਗਲਾ ਵਾਕ ਹੈ, ਸੁੰਦਰ ਬਾਲ ਖੇਡਦਾ ਹੈ। ਇਸ ਵਾਕ ਦੀ ਲਿੰਗ ਬਦਲੀ ਹੈ, ਸੁੰਦਰ ਬਾਲੜੀ ਖੇਡਦੀ ਹੈ। ਵਚਨ ਬਦਲੀ, ਸੁੰਦਰ ਬਾਲ ਖੇਡਦੇ ਹਨ। ਅਗਲਾ ਵਾਕ ਹੈ, ਮੈਂ ਪੜ੍ਹਾਂਗਾ। ਲਿੰਗ ਬਦਲੀ, ਮੈਂ ਪੜ੍ਹਾਂਗੀ। ਵਚਨ ਬਦਲੀ, ਅਸੀਂ ਪੜ੍ਹਾਂਗੇ। ਅਗਲਾ ਵਾਕ ਹੈ, ਬੱਚਾ ਸੁੱਤਾ ਪਿਆ ਹੈ। ਇਸ ਵਾਕ ਦੀ ਲਿੰਗ ਬਦਲੀ ਹੈ, ਬੱਚੀ ਸੁੱਤੀ ਪਈ ਹੈ। ਇਸੇ ਵਾਕ ਦੀ ਵਚਨ ਬਦਲੀ ਹੈ, ਬੱਚੇ ਸੁੱਤੇ ਪਏ ਹਨ। ਅਗਲਾ ਵਾਕ ਹੈ, ਹਾਥੀ ਨਦੀ ਵਿੱਚ ਪਾਣੀ ਪੀ ਰਿਹਾ ਸੀ। ਇਸ ਵਾਕ ਦੀ ਲਿੰਗ ਬਦਲੀ ਹੈ, ਹਥਣੀ ਨਦੀ ਵਿੱਚ ਪਾਣੀ ਪੀ ਰਹੀ ਸੀ। ਵਚਨ ਬਦਲੀ ਹੈ, ਹਾਥੀ ਨਦੀ ਵਿੱਚ ਪਾਣੀ ਪੀ ਰਹੇ ਸਨ। ਇਸ ਤਰ੍ਹਾਂ ਅਸੀਂ ਵਾਕਾਂ ਦੀ ਲਿੰਗ ਬਦਲੀ ਅਤੇ ਵਚਨ ਬਦਲੀ ਕਰ ਸਕਦੇ ਹਾਂ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਪੰਜਾਬੀ ਵਿਆਕਰਨ ਵਚਨ, ਵਚਨ ਦੀਆਂ ਕਿਸਮਾਂ, ਵਚਨ ਬਦਲੀ ਦੇ ਨਿਯਮ ਅਤੇ ਵਚਨ ਦਾ ਨਾਮ, ਵਿਸ਼ੇਸ਼ਣ ਅਤੇ ਕਿਰਿਆ ਉੱਤੇ ਪੈਂਦੇ ਪ੍ਰਭਾਵ ਬਾਰੇ ਗੱਲਬਾਤ ਕੀਤੀ ਹੈ। ਧੰਨਵਾਦ।